गुड मॉर्निंग स्टूडेंट्स। ਅਸੀਂ ਜਿਹੜਾ ਵਪਾਰਕ ਸੰਸਥਾ ਦੀ ਸਥਾਪਨਾ ਕਰਨ ਵਾਲਾ ਜਿਹੜਾ ਟੌਪਿਕ ਸੀ ਅਸੀਂ ਸ਼ੁਰੂ ਕੀਤਾ ਸੀ। ਪਿਛਲੀ ਵੀਡੀਓ ਦੇ ਵਿੱਚ ਤੁਸੀਂ ਕੰਪਨੀ ਤੱਕ ਪੜ੍ਹ ਲਿਆ ਸੀ। ਹੁਣ ਅੱਗੇ ਕੰਪਨੀ ਦੀਆਂ ਕਿਸਮਾਂ ਹੁੰਦੀਆਂ ਹੈ। ਕੰਪਨੀ ਦੋ ਪ੍ਰਕਾਰ ਦੀ ਹੋ ਸਕਦੀ ਹੈ, ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਅਤੇ ਇੱਕ ਪਬਲਿਕ ਕੰਪਨੀ। ਹੁਣ ਪ੍ਰਾਈਵੇਟ ਲਿਮਟਿਡ ਕੰਪਨੀ ਕੀ ਹੁੰਦੀ ਹੈ? ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ, ਅਜਿਹੀ ਕੰਪਨੀ ਜਿਹੜੀ ਕਿ ਪ੍ਰਾਈਵੇਟ ਹੋਵੇ। ਪ੍ਰਾਈਵੇਟ ਦਾ ਭਾਵ ਕਿ ਜਿਹੜੀ ਪ੍ਰਾਈਵੇਟ ਹੱਥਾਂ ਦੇ ਵਿੱਚ ਹੋਵੇ, ਭਾਵ ਕਿ ਇਹ ਜਿਹੜੀ ਕੰਪਨੀ ਹੁੰਦੀ ਆ ਇਹਦੇ ਵਿੱਚ ਘੱਟੋ ਘੱਟ ਦੋ ਹੀ ਸ਼ੇਅਰ ਹੋਲਡਰ ਹੋ ਸਕਦੇ। ਹੁਣ ਸ਼ੇਅਰ ਹੋਲਡਰ ਕੀ ਹੁੰਦੇ ਆ? ਜਿਹੜੇ ਸ਼ੇਅਰ ਹੋਲਡਰ ਆ ਉਹ ਕੀ ਹੁੰਦੇ ਆ? ਉਹ ਇਨਸਾਨ ਜਿਨ੍ਹਾਂ ਨੇ ਉਸ ਕੰਪਨੀ ਦੇ ਵਿੱਚ ਆਪਣਾ ਪੈਸਾ ਲਾਇਆ ਹੁੰਦਾ ਆ, ਭਾਵ ਜਿਨ੍ਹਾਂ ਨੇ ਆਪਣੀ ਪੂੰਜੀ ਜਿਹੜੀ ਉਸ ਕੰਪਨੀ ਦੇ ਵਿੱਚ ਇਨਵੈਸਟ ਕੀਤੀ ਹੁੰਦੀ ਆ, ਉਹਨਾਂ ਨੂੰ ਅਸੀਂ ਸ਼ੇਅਰ ਹੋਲਡਰ ਆਖਦੇ ਹਾਂ। ਦੋ ਤੋਂ ਮਤਲਬ ਘੱਟੋ ਘੱਟ ਦੋ ਸ਼ੇਅਰ ਹੋਲਡਰ ਹੋਣੇ ਚਾਹੀਦੇ ਆ। ਦੋ ਤੋਂ ਜ਼ਿਆਦਾ ਵੀ ਹੋ ਸਕਦੇ ਆ, ਪਰ ਦੋ ਜਿਹੜੇ ਆ ਉਹ ਮਿਨੀਮਮ ਰਿਕੁਆਇਰਮੈਂਟ ਆ ਸ਼ੇਅਰ ਹੋਲਡਰਸ ਦੀ। ਇੱਕ ਬੰਦਾ ਜਿਹੜਾ ਇੱਕੋ ਬੰਦਾ ਜਿਹੜਾ ਉਹ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਸਥਾਪਨਾ ਨਹੀਂ ਕਰ ਸਕਦਾ। ਇਹ ਜਿਹੜੀ ਕੰਪਨੀ ਆ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਉਹ 20 ਡਾਇਰੈਕਟਰ ਹੋ ਸਕਦੇ ਆ ਅਤੇ ਘੱਟੋ ਘੱਟ 2 ਡਾਇਰੈਕਟਰ ਹੋ ਸਕਦੇ ਆ। ਡਾਇਰੈਕਟਰ ਮਤਲਬ ਜਿਹੜੇ ਕਿ ਕੰਪਨੀ ਦੇ ਪ੍ਰਬੰਧ ਨੂੰ ਦੇਖਦੇ ਆ। ਸ਼ੇਅਰ ਹੋਲਡਰ ਇਸ ਤਰ੍ਹਾਂ ਦੀ ਕੰਪਨੀ ਦੇ ਵਿੱਚ ਜਿਹੜੇ ਸ਼ੇਅਰ ਹੋਲਡਰ ਵਾ ਉਹ ਆਪਣੇ ਸ਼ੇਅਰਾਂ ਦਾ ਸਥਾਨਾਂਤਰਨ ਦਾ ਅਧਿਕਾਰ ਨਹੀਂ ਰੱਖਦੇ। ਸਥਾਨਾਂਤਰਨ ਮਤਲਬ ਕਿ ਉਹ ਆਪਣੇ ਸ਼ੇਅਰਾਂ ਨੂੰ ਵੇਚ ਕੇ ਕਿਸੇ ਹੋਰ ਬੰਦੇ ਨੂੰ ਉਹ ਆਪਣੇ ਸ਼ੇਅਰ ਨਹੀਂ ਵੇਚ ਸਕਦੇ, ਅਤੇ ਉਹਨਾਂ ਸ਼ੇਅਰਸ ਨੂੰ ਵੇਚ ਕੇ ਉਹ ਉਸ ਕੰਪਨੀ ਨੂੰ ਜਿਹੜੀ ਉਹ ਪਬਲਿਕ ਕੰਪਨੀ ਨਹੀਂ ਬਣਾ ਸਕਦੇ। ਪਬਲਿਕ ਕੰਪਨੀ ਕੀ ਹੁੰਦੀ ਆ ਉਹ ਆਪਾਂ ਨੈਕਸਟ ਟੌਪਿਕ ਦੇ ਵਿੱਚ ਪੜ੍ਹਦੇ ਹਾਂ। ਇਹ ਜਿਹੜੀ ਪ੍ਰਾਈਵੇਟ ਲਿਮਟਿਡ ਕੰਪਨੀ ਆ ਇਹਦੇ ਵਿੱਚ ਜਿਹੜੀ ਪੂੰਜੀ ਇਨਵੈਸਟ ਹੁੰਦੀ ਆ ਉਹ ਘੱਟੋ ਘੱਟ 1 ਲੱਖ ਰੁਪਇਆ ਇਹਦੇ ਵਿੱਚ ਇਨਵੈਸਟ ਕਰਨਾ ਪੈਂਦਾ ਇਸ ਕੰਪਨੀ ਨੂੰ ਸ਼ੁਰੂਆਤ ਕਰਨ ਦੇ ਲਈ। ਅਤੇ ਬਾਕੀ ਜਿਹੜੇ ਕੰਪਨੀ ਦੇ ਜੋ ਵੀ ਘਾਟਾ ਜਾਂ ਫਿਰ ਕੰਪਨੀ ਨੂੰ ਵਾਧਾ ਹੁੰਦਾ ਆ, ਭਾਵ ਜੋ ਪ੍ਰੋਫਿਟ ਅਤੇ ਲੋਸ ਹੁੰਦਾ ਆ, ਉਹ ਕੰਪਨੀ ਦਾ ਖੁਦ ਦਾ ਆਪਣਾ ਹੁੰਦਾ ਆ। ਜਿਹੜੇ ਸ਼ੇਅਰ ਹੋਲਡਰ ਹੁੰਦੇ ਆ ਜਿਨ੍ਹਾਂ ਨੇ ਰਲ ਕੇ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਹੁੰਦੀ ਆ, ਉਹਨਾਂ ਦੀ ਨਿੱਜੀ ਸੰਪત્ਤੀ ਨੂੰ ਕੋਈ ਜੋਖਮ ਨਹੀਂ ਆਉਂਦਾ। ਜੇ ਅਸੀਂ ਕਹਿ ਲਈਏ ਕਿ ਜਿਹੜੀ ਕੋਈ ਕੰਪਨੀ ਆ, ਕਿਉਂਕਿ ਉਹਦੀ ਜਿਹੜੀ ਕੰਪਨੀ ਉਹਦੀ ਇੱਕ ਆਪਣੀ ਖੁਦ ਦੀ ਆਈਡੈਂਟੀਟੀ ਆ। ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਕਿ ਉਹਦੀ ਆਪਣੀ ਇੱਕ ਹੋਂਦ ਹੁੰਦੀ ਆ। ਕੰਪਨੀ ਨੂੰ ਅਗਰ ਕੋਈ ਲੋਸ ਹੋ ਜਾਂਦਾ ਆ ਅਤੇ ਉਹ ਜਿਹੜਾ ਲੋਸ ਆ ਉਹ ਕੰਪਨੀ ਨੂੰ ਖੁਦ ਹੀ ਬੀਅਰ ਕਰਨਾ ਪੈਂਦਾ ਹੈ। ਜਿਹੜੇ ਸ਼ੇਅਰ ਹੋਲਡਰਸ ਵਾ ਉਹਨਾਂ ਦੀ ਜਿਹੜੀ ਪਰਸਨਲ ਪ੍ਰੋਪਰਟੀ ਆ ਉਹਦੇ 'ਤੇ ਉਹਦਾ ਕੋਈ ਵੀ ਰਿਸਕ ਜਿਹੜਾ ਆ ਉਹ ਉਹਨਾਂ ਨੂੰ ਬੀਅਰ ਨਹੀਂ ਕਰਨਾ ਪੈਂਦਾ। ਇਹਦੇ ਵਿੱਚ ਜਿਹੜੇ ਡਾਇਰੈਕਟਰ ਵਾ ਉਹ ਜਿਹੜੇ ਸ਼ੇਅਰ ਹੋਲਡਰਸ ਹੁੰਦੇ ਉਹ ਆਪ ਹੀ ਡਾਇਰੈਕਟਰ ਦੇ ਵਜੋਂ ਕੰਮ ਕਰਦੇ ਆ, ਤਾਂ ਅਗਰ ਉਹਨਾਂ ਨੂੰ ਲੋੜ ਮਹਿਸੂਸ ਹੋਵੇ ਤਾਂ ਉਹ ਬਾਹਰੋਂ ਵੀ ਡਾਇਰੈਕਟਰਾਂ ਦੀ ਭਰਤੀ ਕਰ ਸਕਦੇ ਆ। ਨੰਬਰ 2 'ਤੇ ਹੈਗੀ ਆ ਪਬਲਿਕ ਲਿਮਟਿਡ ਕੰਪਨੀ। ਪਬਲਿਕ ਲਿਮਟਿਡ ਕੰਪਨੀ ਜਿਹੜੀ ਆ ਉਹ ਕੰਪਨੀ ਹੁੰਦੀ ਆ ਜਿਹਦੇ ਵਿੱਚ ਬਹੁਤ ਸਾਰੀ ਪਬਲਿਕ ਦੇ ਸ਼ੇਅਰਸ ਲੱਗੇ ਹੁੰਦੇ ਆ। ਪਬਲਿਕ ਮਤਲਬ ਲੋਕਾਂ ਦੇ ਸ਼ੇਅਰਸ ਲੱਗੇ ਹੁੰਦੇ ਆ, ਜਿੱਥੇ ਲੋਕਾਂ ਨੇ ਆਪਣਾ ਪੈਸਾ ਜਿਹੜਾ ਇਨਵੈਸਟ ਕੀਤਾ ਹੁੰਦਾ ਆ ਉਹਨੂੰ ਅਸੀਂ ਪਬਲਿਕ ਲਿਮਟਿਡ ਕੰਪਨੀ ਆਖਦੇ ਹਾਂ। ਪਬਲਿਕ ਲਿਮਟਿਡ ਕੰਪਨੀ ਦੇ ਵਿੱਚ ਘੱਟ ਤੋਂ ਘੱਟ 7 ਸ਼ੇਅਰ ਹੋਲਡਰਸ ਹੁੰਦੇ ਆ, ਭਾਵ ਕਿ 7 ਬੰਦੇ ਆਪਣਾ ਪੈਸਾ ਕੰਪਨੀ ਦੇ ਵਿੱਚ ਇਨਵੈਸਟ ਕਰਕੇ ਫਿਰ ਹੀ ਉਸ ਨੂੰ ਪਬਲਿਕ ਕੰਪਨੀ ਦਾ ਨਾਮ ਦੇ ਸਕਦੇ ਆ। ਇਹਦੇ ਵਿੱਚ ਘੱਟੋ ਘੱਟ ਜਿਹੜੇ ਡਾਇਰੈਕਟਰ ਵਾ ਉਹ 3 ਹੁੰਦੇ ਆ ਅਤੇ ਵੱਧ ਤੋਂ ਵੱਧ ਅਸੀਮਤ ਡਾਇਰੈਕਟਰ ਹੋ ਸਕਦੇ ਆ, ਭਾਵ ਡਾਇਰੈਕਟਰਾਂ ਦੀ ਜਿਹੜੀ ਮੈਕਸੀਮਮ ਆਪਾਂ ਕਹਿ ਲਈਏ ਕਿ ਲਿਮਟ ਵਾ ਉਹ ਕੋਈ ਨਹੀਂ ਹੈਗੀ। ਡਾਇਰੈਕਟਰ ਜਿੰਨੇ ਮਰਜ਼ੀ ਹੋ ਸਕਦੇ ਆ, ਪਰ ਘੱਟੋ ਘੱਟ 3 ਡਾਇਰੈਕਟਰ ਹੁੰਦੇ ਆ। ਇਹਦੇ ਵਿੱਚ ਜਿਹੜੇ ਕੰਪਨੀ ਦੇ ਸ਼ੇਅਰ ਹੋਲਡਰ ਵਾ ਉਹ ਆਪਣੇ ਸ਼ੇਅਰਾਂ ਦੇ ਸਥਾਨਾਂਤਰਨ ਦਾ ਅਧਿਕਾਰ ਰੱਖਦੇ ਆ, ਭਾਵ ਕਿ ਜਿਹੜੇ ਕੰਪਨੀ ਦੇ ਸ਼ੇਅਰ ਹੋਲਡਰ ਵਾ ਉਹ ਆਪਣੇ ਸ਼ੇਅਰਸ ਨੂੰ ਕਿਸੇ ਹੋਰ ਵਿਅਕਤੀ ਨੂੰ ਵੀ ਵੇਚ ਸਕਦੇ ਆ ਅਤੇ ਕੰਪਨੀ ਦੇ ਵਿੱਚੋਂ ਆਪਣਾ ਜਿਹੜਾ ਹਿੱਸਾ ਆ ਉਹ ਕਢਾ ਸਕਦੇ ਆ। ਇਹ ਜਿਹੜੀ ਕੰਪਨੀ ਆ ਇਹਦੇ ਵਿੱਚ ਅਗਰ ਇਹਦੀ ਸ਼ੁਰੂਆਤ ਕਰਨੀ ਹੋਵੇ ਤਾਂ 5 ਲੱਖ ਰੁਪਏ ਦੀ ਰਾਸ਼ੀ ਜਿਹੜੀ ਇਹਦੇ ਵਿੱਚ ਲੋੜੀਂਦੀ ਹੁੰਦੀ ਹੈ। ਇਸ ਕੰਪਨੀ ਦੇ ਐਂਡ ਦੇ ਵਿੱਚ ਲਿਮਟਿਡ ਲਿਖਿਆ ਗਿਆ ਹੁੰਦਾ ਆ। ਇਹ ਜਿਹੜੀ ਕੰਪਨੀ ਆ ਇਹਦੀ ਜਿਹੜੇ ਵਿਅਕਤੀ ਆ ਉਹ ਖੁਦ ਹੀ ਜਿਹੜੇ ਸ਼ੇਅਰ ਹੋਲਡਰਸ ਹੁੰਦੇ ਆ ਖੁਦ ਹੀ ਡਾਇਰੈਕਟਰ ਦਾ ਕੰਮ ਕਰਦੇ ਆ, ਪਰੰਤੂ ਅਗਰ ਉਹਨਾਂ ਨੂੰ ਬਾਹਰੋਂ ਨਿਯੁਕਤ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਬਾਹਰੋਂ ਵੀ ਡਾਇਰੈਕਟਰ ਨਿਯੁਕਤ ਕਰ ਸਕਦੇ ਆ। ਨੰਬਰ 4 'ਤੇ ਹੈ ਸਾਡੇ ਕੋਲ ਟਰੇਡ ਨਾਮ ਅਤੇ ਨਿਸ਼ਾਨ। ਹੁਣ ਅਸੀਂ ਨੰਬਰ 3 ਹੀ ਪੜ੍ਹਿਆ ਕਿ ਮਲਕੀਅਤ ਦੀ ਕਿਸਮ, ਕਿ ਨੰਬਰ 3 ਦੇ ਵਿੱਚ ਵਪਾਰਕ ਸੰਸਥਾ ਦੀ ਸਥਾਪਨਾ ਜਦੋਂ ਕਰਦੇ ਆ ਅਤੇ ਨੰਬਰ 3 ਦੇ ਵਿੱਚ ਉਹ ਵੇਖਦੇ ਆ ਕਿ ਅਸੀਂ ਕੰਪਨੀ ਜਿਹੜੀ ਉਹ ਕਿਹੋ ਜਿਹੀ ਰੱਖਣੀ ਹੈ, ਇਕਮਾਤਰ ਰੱਖਣੀ ਆ, ਹਿੱਸੇਦਾਰੀ ਰੱਖਣੀ ਆ, ਕਿ ਉਹਨੂੰ ਕੰਪਨੀ ਬਣਾਉਣਾ ਆ। ਠੀਕ ਹੈ, ਇਹ ਨੰਬਰ 3 ਹੋ ਗਿਆ। ਹੁਣ ਨੰਬਰ 4 'ਤੇ ਹੈ ਸਾਡੇ ਕੋਲ ਟਰੇਡ ਨਾਮ ਅਤੇ ਮਿਸ਼ਨ। ਮਲਕੀਅਤ ਦੀ ਕਿਸਮ ਡਿਸਾਈਡ ਕਰਨ ਤੋਂ ਬਾਅਦ ਜਿਹੜਾ ਕੰਪਨੀ ਨੂੰ ਸਥਾਪਿਤ ਕਰਨ ਵਾਲਾ ਵਿਅਕਤੀ ਆ ਉਹ ਇਹ ਦੇਖਦਾ ਹੈ ਕਿ ਮੈਂ ਆਪਣੀ ਕੰਪਨੀ ਨੂੰ ਟਰੇਡ ਨਾਮ ਅਤੇ ਨਿਸ਼ਾਨ ਕੀ ਦੇਣਾ ਹੈ। ਟਰੇਡ ਨਾਮ ਮਤਲਬ ਇੱਕ ਲੋਗੋ ਭਾਵ ਜਿਵੇਂ ਤੁਸੀਂ ਦੇਖਿਆ ਹੋਣਾ, ਜਿੱਦਾਂ ਆਪਾਂ ਬ੍ਰਾਂਡਡ ਕੱਪੜੇ ਖਰੀਦਦੇ ਹਾਂ ਉਹਨਾਂ ਦੇ ਵਿੱਚ ਇੱਕ ਲੋਗੋ ਲੱਗਿਆ ਹੁੰਦਾ। ਜਿੱਦਾਂ ਪੂਮਾ ਆ ਉਹਦਾ ਲੋਗੋ ਕੀ ਹੁੰਦਾ ਆ? ਉਹਦਾ ਲੋਗੋ ਹੁੰਦਾ ਇੱਦਾਂ ਨਿਸ਼ਾਨ, ਟਿੱਕ ਜਿਹੇ ਦਾ ਨਿਸ਼ਾਨ ਬਣਿਆ ਹੁੰਦਾ ਹੈ। ਠੀਕ ਆ,
ਐਡੀਡਾਸ ਦਾ ਲੋਗੋ ਜਿਹੜਾ ਇੱਕ ਕਮਲ ਦੇ ਫਲਾਵਰ ਵਰਗਾ ਹੁੰਦਾ ਆ, ਉਹ ਹੁੰਦਾ ਹੈ ਟ੍ਰੇਡ ਨਾਮ। ਜਿਹੜਾ ਟ੍ਰੇਡ ਨਾਮ ਵਾ ਉਹ ਦੇਣਾ ਜ਼ਰੂਰੀ ਆ, ਕਿਉਂਕਿ ਟ੍ਰੇਡ ਨਾਮ ਦੇ ਨਾਲ ਉਸ ਕੰਪਨੀ ਦੇ ਬਣੇ ਹੋਏ ਪ੍ਰੋਡਕਟਸ ਦੀ ਇੱਕ ਵੱਖਰੀ ਆਈਡੈਂਟੀਟੀ ਬਣ ਜਾਂਦੀ, ਇੱਕ ਵੱਖਰੀ ਪਹਿਚਾਣ ਬਣ ਜਾਂਦੀ ਆ। ਅਤੇ ਟ੍ਰੇਡ ਨਾਮ ਅਜਿਹਾ ਹੋਣਾ ਚਾਹੀਦਾ ਆ ਕਿ ਜਿਹੜਾ ਕਿਸੇ ਹੋਰ ਕੰਪਨੀ ਦੇ ਟ੍ਰੇਡ ਦੇ ਨਾਮ ਨਿਸ਼ਾਨ ਦੇ ਨਾਲ, ਜਿਹੜਾ ਲੋਗੋ ਦੇ ਨਾਲ ਰਲਦਾ ਮਿਲਦਾ ਨਾ ਹੋਵੇ। ਉਹਦਾ ਇੱਕ ਵੱਖਰਾ ਟ੍ਰੇਡ ਨਾਮ ਅਤੇ ਵੱਖਰਾ ਨਿਸ਼ਾਨ ਹੋਵੇ, ਜਿਹੜਾ ਕਿ ਸਮਾਜ ਦੇ ਵਿੱਚ ਉਹਦੀ ਇੱਕ ਵੱਖਰੀ ਆਈਡੈਂਟੀਟੀ ਬਣਾ ਦੇਵੇ। ਨੈਕਸਟ ਹੈਗਾ ਨੰਬਰ 5 'ਤੇ ਇਕਾਈ ਦੀ ਸਥਿਤੀ। ਇਕਾਈ ਦੀ ਸਥਿਤੀ ਭਾਵ ਕਿ ਲੋਕੇਸ਼ਨ, ਕਿ ਜਿਹੜੀ ਉਹਨੇ ਫਰਮ ਐਸਟੈਬਲਿਸ਼ ਕਰਨੀ ਆ ਉਹਦੀ ਉਹਨੇ ਲੋਕੇਸ਼ਨ ਕਿਹੋ ਜਿਹੀ ਰੱਖਣੀ, ਉਹਨੂੰ ਕਿੱਥੇ ਉਹ ਸ਼ੁਰੂ ਕਰਨਾ ਚਾਹੁੰਦਾ ਆ। ਹੁਣ ਉਹਦੀ ਜਿਹੜੀ ਲੋਕੇਸ਼ਨ ਆ ਉਹ ਇਸ ਹਿਸਾਬ ਦੇ ਨਾਲ ਹੋਣੀ ਚਾਹੀਦੀ ਆ ਕਿ ਜਿੱਥੇ ਗ੍ਰਾਹਕਾਂ ਦੀ ਜਿਹੜੀ ਪਹੁੰਚ ਆ ਉਹ ਈਜ਼ੀਲੀ ਹੋ ਸਕੇ, ਭਾਵ ਕਿ ਉਹਨੇ ਆਪਣੀ ਕੰਪਨੀ ਦੀ ਜਿਹੜੀ ਜਗ੍ਹਾ ਵਾ ਉਹ ਇਹੋ ਜਿਹੀ ਚੂਜ਼ ਕਰੇ ਕਿ ਜਿੱਥੇ ਉਹਨੂੰ ਕੱਚਾ ਮਾਲ ਵੀ ਈਜ਼ੀਲੀ ਮਿਲ ਸਕੇ, ਕਿਉਂਕਿ ਉਹਨੇ ਪ੍ਰੋਡਕਟ ਬਣਾਉਣੇ ਆ, ਅਤੇ ਜਿੱਥੇ ਗ੍ਰਾਹਕ ਵੀ ਈਜ਼ੀਲੀ ਪਹੁੰਚ ਸਕਣ ਉਹਦੇ ਦੁਆਰਾ ਖਰੀਦਿਆ ਗਿਆ ਮਾਲ ਕਰਨ ਦੇ ਲਈ, ਖਰੀਦਣ ਵਾਸਤੇ, ਤਿਆਰ ਕੀਤਾ ਗਿਆ ਮਾਲ ਖਰੀਦਣ ਵਾਸਤੇ। ਅਗਰ ਤਾਂ ਉਹਦੀ ਜਿਹੜੀ ਕੰਪਨੀ ਆ ਉਹ ਨਿਰਯਾਤ ਕੰਪਨੀ ਅਗਰ ਉਹ ਐਸਟੈਬਲਿਸ਼ ਕਰਨੀ ਚਾਹੁੰਦਾ ਆ, ਅਤੇ ਨਿਰਯਾਤ ਕੰਪਨੀ ਐਸਟੈਬਲਿਸ਼ ਕਰਨ ਦੇ ਲਈ ਉਹ ਆਪਣੀ ਜਿਹੜੀ ਪ੍ਰੋਡਕਟ ਵਾ ਉਹਨਾਂ ਨੂੰ ਉਹ ਖੁਦ ਨਹੀਂ ਬਣਾਉਣਾ ਚਾਹੁੰਦਾ, ਉਹ ਹੋਰ ਡੀਲਰਾਂ ਦੇ ਕੋਲੋਂ ਪ੍ਰੋਡਕਟ ਵੇਚ ਕੇ ਅਤੇ ਨਿਰਯਾਤ ਕੰਪਨੀ ਜਿਹੜੀ ਉਹਨੂੰ ਐਸਟੈਬਲਿਸ਼ ਕਰਨੀ ਚਾਹੁੰਦਾ, ਫਿਰ ਤਾਂ ਉਹਨੂੰ ਜਿਹੜੀ ਜਗ੍ਹਾ ਵਾ ਉਹ ਇਸ ਹਿਸਾਬ ਦੇ ਨਾਲ ਡਿਸਾਈਡ ਕਰ ਲੈਣੀ ਚਾਹੀਦੀ ਆ ਕਿ ਜਿਹੜੀ ਬੰਦਰਗਾਹ ਤੋਂ ਉਹਨੇ ਆਪਣੇ ਪ੍ਰੋਡਕਟਸ ਨੂੰ ਡਿਲੀਵਰ ਕਰਨਾ ਆ ਉਸ ਬੰਦਰਗਾਹ ਦੇ ਨੇੜੇ ਤੇੜੇ ਉਹਦੀ ਜਿਹੜੀ ਜਗ੍ਹਾ ਆ ਉਹ ਹੋਵੇ। ਠੀਕ ਹੈ, ਅਗਰ ਉਹਨੇ ਆਪ ਪ੍ਰੋਡਕਟ ਦੀ ਮੈਨੂਫੈਕਚਰਿੰਗ ਕਰਨੀ ਆ ਤਾਂ ਫਿਰ ਉਹ ਜਿਹੜੀ ਜਗ੍ਹਾ ਵਾ ਉਹ ਇਹੋ ਜਿਹੀ ਉਹਨੂੰ ਡਿਸਾਈਡ ਕਰਨੀ ਚਾਹੀਦੀ ਜਿੱਥੇ ਉਹਨੂੰ ਕੱਚਾ ਮਾਲ ਈਜ਼ੀਲੀ ਮਿਲ ਸਕੇ। ਨੰਬਰ 6 'ਤੇ ਹੈ ਬੁਨਿਆਦੀ ਢਾਂਚੇ ਦਾ ਪ੍ਰਬੰਧ। ਬੁਨਿਆਦੀ ਢਾਂਚਾ ਕੀ ਹੁੰਦਾ? ਇਨਫਰਾਸਟਰਕਚਰ। ਇਨਫਰਾਸਟਰਕਚਰ ਮਤਲਬ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਕਿਸੇ ਕੰਪਨੀ ਨੂੰ ਵਧੀਆ ਢੰਗ ਦੇ ਨਾਲ ਚਲਾਉਣ ਵਾਸਤੇ ਜਿਹੜੀਆਂ ਸਾਰੀਆਂ ਸੁੱਖ ਸਹੂਲਤਾਵਾਂ ਚਾਹੀਦੀਆਂ ਹੁੰਦੀਆਂ ਆ ਉਹਨੂੰ ਅਸੀਂ ਬੁਨਿਆਦੀ ਢਾਂਚਾ ਆਖਦੇ ਹਾਂ। ਬੁਨਿਆਦੀ ਢਾਂਚੇ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਜਿਵੇਂ ਕੱਚਾ ਮਾਲ ਹੋ ਗਿਆ, ਮਸ਼ੀਨਰੀ ਹੋ ਗਈ, ਸਟੇਸ਼ਨਰੀ ਹੋ ਗਈ, ਹੋਰ ਉਪਕਰਨ ਹੋ ਗਏ, ਮੈਨ ਪਾਵਰ ਹੋ ਗਈ, ਇਹ ਸਾਰੇ ਜਿਹੜੇ ਬੁਨਿਆਦੀ ਢਾਂਚੇ ਦੇ ਵਿੱਚ ਆਉਂਦੇ ਆ। ਹੁਣ ਇੱਥੇ ਉਹਨੇ ਇਹ ਡਿਸਾਈਡ ਕਰਨਾ ਆ ਕਿ ਉਹਦਾ ਜਿਹੜਾ ਕੰਪਨੀ ਦਾ ਬੁਨਿਆਦੀ ਢਾਂਚਾ, ਮਸ਼ੀਨਰੀ ਜਿਹੜੀ ਉਹ ਕਿਹੋ ਜਿਹੀ ਹੋਵੇ, ਕੱਚਾ ਮਾਲ ਕਿਹੋ ਜਿਹਾ ਹੋਵੇ, ਮੈਨ ਪਾਵਰ ਜਿਹੜੇ ਵਿਅਕਤੀਆਂ ਨੇ ਉਹਦੇ ਪ੍ਰੋਡਕਟਸ ਨੂੰ ਮੈਨੂਫੈਕਚਰ ਕਰਨਾ, ਬਣਾਉਣਾ ਆ, ਉਹ ਵਿਅਕਤੀ ਜਿਹੜੇ ਉਹ ਕਿਹੋ ਜਿਹੇ ਹੋਣ। ਹੁਣ ਇੱਥੇ ਵੀ ਦੋ ਗੱਲਾਂ ਆਉਂਦੀਆਂ ਆ। ਅਗਰ ਨਿਰਯਾਤ ਕਰਤਾ ਜਿਹੜਾ ਆ ਉਹ ਨਿਰਯਾਤ ਕਰਤਾ ਬਣਨਾ ਚਾਹੁੰਦਾ ਆ ਅਤੇ ਉਹਨੇ ਆਪਣਾ ਜਿਹੜਾ ਮਾਲ ਆ ਉਹ ਸਿਰਫ ਉਹਨੇ ਡੀਲਰਾਂ ਕੋਲੋਂ ਖਰੀਦ ਕੇ ਹੀ ਵੇਚਣਾ ਆ, ਫਿਰ ਤਾਂ ਉਹਨੂੰ ਮਸ਼ੀਨਰੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਨੇ ਖੁਦ ਉਹ ਮਾਲ ਤਿਆਰ ਨਹੀਂ ਕਰਨਾ। ਫਿਰ ਸਿਰਫ ਉਹਨੂੰ ਕੱਚੇ ਮਾਲ ਦੀ ਉਹਨੂੰ ਲੋੜ ਨਹੀਂ ਆ, ਉਹਨੇ ਸਿਰਫ ਗੁੱਡਸ ਨੂੰ ਖਰੀਦਣਾ ਆ, ਖਰੀਦ ਕੇ ਗੁੱਡਸ ਨੂੰ ਅਤੇ ਫਿਰ ਦੁਬਾਰਾ ਉਹਨਾਂ ਦੀ ਰੀਪੈਕਿੰਗ ਕਰਕੇ ਅਤੇ ਕੁਛ ਉਹਨਾਂ ਦੇ ਵਿੱਚ ਇੱਕ ਦੋ ਗੁਣ ਹੋਰ ਐਡ ਕਰਕੇ ਅਤੇ ਉਹਨੇ ਅੱਗੇ ਜਾ ਕੇ ਵੇਚ ਦੇਣਾ ਆ। ਪਰ ਅਗਰ ਉਹ ਆਪਣੇ ਪ੍ਰੋਡਕਟਸ ਨੂੰ ਖੁਦ ਬਣਾਉਣਾ ਚਾਹੁੰਦਾ ਤਾਂ ਫਿਰ ਉਹਨੂੰ ਕੱਚੇ ਮਾਲ ਅਤੇ ਮਸ਼ੀਨਰੀ ਦੀ ਲੋੜ ਵੀ ਪੈਣੀ ਆ। ਠੀਕ ਆ, ਅਤੇ ਇਹਦੇ ਨਾਲ ਸਾਡਾ ਇਹ ਜਿਹੜਾ ਟੌਪਿਕ ਆ ਇਹ ਖ਼ਤਮ ਹੁੰਦਾ ਹੈ, ਵਪਾਰਕ ਸੰਸਥਾ ਦੀ ਸਥਾਪਨਾ ਕਰਨੀ। ਇਹਦੇ ਟੌਪਿਕ ਦੇ ਵਿੱਚੋਂ ਤੁਹਾਨੂੰ ਛੋਟੇ ਛੋਟੇ ਕੁਐਸਚਨਸ ਵੀ ਬਣ ਕੇ ਆ ਸਕਦੇ 3-3 ਨੰਬਰ ਦੇ, ਜਿਵੇਂ ਕਿ ਇਕਮਾਤਰ ਮਲਕੀਅਤ ਤੋਂ ਕੀ ਭਾਵ ਹੈ, ਹਿੱਸੇਦਾਰ ਇਕਾਈ ਤੋਂ ਕੀ ਭਾਵ ਹੈ, ਕੰਪਨੀ ਕੀ ਹੈ, ਕੰਪਨੀ ਦੀਆਂ ਕਿਸਮਾਂ ਲਿਖੋ, ਪ੍ਰਾਈਵੇਟ ਲਿਮਟਿਡ ਕੰਪਨੀ ਕਿਸ ਨੂੰ ਆਖਦੇ ਹਨ, ਪਬਲਿਕ ਲਿਮਟਿਡ ਕੰਪਨੀ ਕਿਸ ਨੂੰ ਆਖਦੇ ਹਨ, ਟ੍ਰੇਡ ਨਾਮ ਅਤੇ ਨਿਸ਼ਾਨ ਤੋਂ ਕੀ ਭਾਵ ਹੈ, ਬੁਨਿਆਦੀ ਢਾਂਚਾ ਕੀ ਹੁੰਦਾ ਹੈ। ਠੀਕ ਆ, ਇਸ ਤਰ੍ਹਾਂ ਇਹਦੇ ਨਾਲ ਸਾਡਾ ਜਿਹੜਾ ਟੌਪਿਕ ਆ ਇਹ ਖ਼ਤਮ ਹੁੰਦਾ ਆ। ਅਗਰ ਇਹਦੇ 'ਚ ਤੁਹਾਨੂੰ ਕੁਛ ਵੀ ਸਮਝ ਨਹੀਂ ਆਉਂਦੀ ਬੱਚੇ ਮੈਨੂੰ ਫੀਡਬੈਕ ਦਿਆ ਕਰੋ। ਮੈਨੂੰ ਕੋਈ ਵੀ ਬੱਚਾ ਨਹੀਂ ਦੱਸਦਾ ਕਿ ਮੈਡਮ ਜੀ ਸਾਨੂੰ ਸਮਝ ਆਈ ਕਿ ਨਹੀਂ ਆਈ, ਸਿਰਫ 1-2 ਬੱਚਿਆਂ ਤੋਂ ਬਿਨਾਂ। ਸੋ ਇਹਦਾ ਮਤਲਬ ਤੁਸੀਂ ਸਾਰੇ ਸੁਣਦੇ ਨਹੀਂ ਆ।